प्यारे दर्शकों, ਤੁਹਾਨੂੰ ਸਾਰਿਆਂ ਨੂੰ ਸਾਡੀ ਪਿਆਰ ਭਰੀ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫੇਰ ਤੋਂ ਅਸੀਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਭਲੇ ਚੰਗੇ ਹੋਵੋਗੇ ਅਤੇ ਪਰਮੇਸ਼ਰ ਦੇ ਵਚਨ ਦਾ ਆਨੰਦ ਮਾਣ ਰਹੇ ਹੋਵੋਗੇ। ਅਸੀਂ ਪਰਮੇਸ਼ਰ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਇੱਕ ਹੋਰ ਮੌਕਾ ਬਖਸ਼ਿਆ ਕਿ ਅਸੀਂ ਉਹਦੇ ਵਚਨ ਨੂੰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋ ਸਕੀਏ। ਦੋਸਤੋ, ਪਿਛਲੇ ਕਈ ਦਿਨਾਂ ਤੋਂ ਅਸੀਂ ਦਾਨੀਏਲ ਨਬੀ ਦੀ ਪੁਸਤਕ ਦਾ ਅਧਿਐਨ ਕਰਦੇ ਆ ਰਹੇ ਹਾਂ। ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਦਾਨੀਏਲ ਨਬੀ ਦੀ ਭਵਿੱਖਬਾਣੀ ਦੀ ਸ਼ੁਰੂਆਤ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਅਸੀਂ ਜਾਣਿਆ ਕਿ ਦਾਨੀਏਲ ਨਬੀ ਦੀ ਭਵਿੱਖਬਾਣੀ ਦੀ ਸ਼ੁਰੂਆਤ 4 ਹੁਕਮਾਂ ਨਾਲ ਹੁੰਦੀ ਹੈ, ਜੋ ਕਿ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਰਾਜਿਆਂ ਦੁਆਰਾ ਦਿੱਤੇ ਗਏ ਸੀ। ਇਹ ਆਦੇਸ਼ ਯਰੂਸ਼ਲਮ ਦੀ ਉਸਾਰੀ ਦੇ ਨਾਲ ਸੰਬੰਧ ਰੱਖਦੇ ਸੀ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਨੂੰ ਪੂਰਾ ਕਰਨਾ ਜਾਰੀ ਰੱਖਾਂਗੇ। ਅੱਜ ਅਸੀਂ 49 ਸਾਤੇ ਦੇ ਬਾਰੇ ਗੌਰ ਕਰਾਂਗੇ। ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਣੇ ਰਹੋ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਜ਼ਰੂਰ ਆਸ਼ੀਸ਼ ਪਾਓਗੇ। ਤਾਂ ਫਿਰ ਆਓ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਅਸੀਂ ਸੁਣਦੇ ਹਾਂ ਇਹ ਮਸੀਹੀ ਭਜਨ।
परखिया जावेगा। तेरा ईमान, तेरा ईमान, तेरा ईमान, मेरा दिलदार अजीज फिर बन दिलदार अजीज वांग कोई गीत मसीदे गावेगा। जद आया घड़ियां परख दियां, आया घड़ियां परख दियां, ईमान परखिया जावेगा। तेरा ਹੁਣ ਇਹਨਾਂ ਚਾਰੇ ਆਦੇਸ਼ਾਂ ਵਿੱਚ ਕਿਹੜਾ ਆਦੇਸ਼ ਇਸ ਭਵਿਸ਼ਵਾਣੀ ਨੂੰ ਪੂਰਾ ਕਰਦਾ ਹੈ ਜਿਹੜਾ ਅਸੀਂ ਪੜ੍ਹਿਆ ਹੈ? ਸਪਸ਼ਟ ਹੈ, ਨਹੇਮਜਾ ਅਧਿਆਇ 2 ਵਿੱਚ ਅਰਥਹਸਤਾ ਦਾ ਦਿੱਤਾ ਹੋਇਆ ਆਦੇਸ਼। ਅਸੀਂ ਵੇਖਿਆ ਸੀ ਪਹਿਲਾਂ ਤਾਂ 3 ਆਦੇਸ਼ ਭਵਨ ਨੂੰ ਬਣਾਉਣ ਲਈ ਦਿੱਤੇ ਗਏ ਸਨ, ਨਾ ਕਿ ਸ਼ਹਿਰ ਨੂੰ। ਮੈਂ ਇੱਕ ਰੋਚਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਡਾਕਟਰ ਅਲਾਬਾ ਨੇ ਲਿਖਿਆ ਹੈ ਕਿ ਭਵਨ ਦਾ ਬਣਨਾ ਯਹੂਦੀਆਂ ਦੇ ਦੁਸ਼ਮਣਾਂ ਦੇ ਦੁਆਰਾ ਰੋਕ ਦਿੱਤਾ ਗਿਆ ਸੀ, ਇਹ ਕਹਿ ਕੇ ਕਿ ਯਹੂਦੀ ਬਿਨਾਂ ਕਿਸੇ ਇਜਾਜ਼ਤ ਸ਼ਹਿਰ ਨੂੰ ਉਸਾਰ ਰਹੇ ਹਨ। ਅਸੀਂ ਜਾਣਦੇ ਹਾਂ ਕਿ ਆਦੇਸ਼ ਭਵਨ ਨੂੰ ਬਣਾਉਣ ਦਾ ਦਿੱਤਾ ਗਿਆ ਸੀ, ਨਾ ਕਿ ਸ਼ਹਿਰ ਨੂੰ ਉਸਾਰਨ ਦਾ। ਇੱਥੇ ਅਸੀਂ ਵੇਖਦੇ ਹਾਂ ਕਿ ਨਹੇਮਜਾ ਨੂੰ ਦਿੱਤਾ ਗਿਆ ਆਦੇਸ਼ ਸ਼ਹਿਰ ਨੂੰ ਉਸਾਰਨ ਦਾ ਸੀ, ਜੋ ਦਾਨੀਏਲ ਦੀ ਭਵਿੱਖਬਾਣੀ ਦੇ ਅਨੁਸਾਰ ਪੂਰਾ ਹੋਇਆ। ਇਸ ਨੂੰ ਅਸੀਂ ਐਤ 3 ਅਤੇ 5 ਵਿੱਚ ਵੇਖਦੇ ਹਾਂ। ਅਰਥਹਸ਼ਤਾ ਅਸਾਫ ਨੂੰ ਲਿਖਦਾ ਹੈ ਕਿ ਉਹ ਨਹੇਮਜਾ ਨੂੰ ਛੀਤਰਾਂ ਲਈ ਲੱਕੜ ਦੇਵੇ ਤਾਂ ਕਿ ਉਹ ਉਜੜੇ ਸ਼ਹਿਰ ਨੂੰ ਉਸਾਰ ਸਕਣ। ਸ਼ਾਸਤਰ ਦਾਨੀਏਲ 9 ਅਧਿਆਇ 25 ਦੀ ਆਖਰੀ ਵਿੱਚ ਦੱਸਦਾ ਹੈ, ਉਹ ਬਾਜ਼ਾਰ ਧੂੜ-ਕੋਟ ਸਣੇ ਬਣਾਇਆ ਜਾਵੇਗਾ, ਪਰ ਉਖਾਈ ਦੇ ਦਿਨਾਂ ਵਿੱਚ ਇਹ ਉਦੇਸ਼ ਸਪਸ਼ਟ ਰੂਪ ਵਿੱਚ ਸ਼ਹਿਰ ਨੂੰ ਉਸਾਰਨ ਲਈ ਹੈ। ਅਰਥਹਸ਼ਤਾ ਅਸਾਫ ਨੂੰ ਚਿੱਠੀ ਲਿਖਦਾ ਹੈ ਕਿ ਉਹ ਉਹਨਾਂ ਨੂੰ ਲੱਕੜ ਦੇਵੇ ਤਾਂ ਕਿ ਉਹ ਆਪਣੇ ਸ਼ਹਿਰ ਨੂੰ ਉਸਾਰ ਸਕਣ। ਜੇ ਤੁਸੀਂ ਹੁਣ ਨਹੇਮਜਾ ਨੂੰ ਨਹੀਂ ਪੜ੍ਹਿਆ ਤਾਂ ਆਪਣੀ ਬਾਈਬਲ ਵਿੱਚ ਜਾ ਕੇ ਪੜ੍ਹੋ ਕਿ ਉਹਨਾਂ ਨੇ ਸ਼ਹਿਰ ਦੀ ਦੀਵਾਰ ਅਤੇ ਕਈ ਇਮਾਰਤਾਂ ਇੱਕ ਹੱਥ ਵਿੱਚ ਤੋਲਿਆ ਅਤੇ ਇੱਕ ਹੱਥ ਵਿੱਚ ਤਲਵਾਰ ਲੈ ਕੇ ਬਣਾਇਆ, ਕਿਉਂ ਜੋ ਉਹਨਾਂ ਨੂੰ ਆਪਣੇ ਕੰਮ ਦੇ ਦੌਰਾਨ ਦੁਸ਼ਮਣਾਂ ਦਾ ਡਰ ਸੀ। ਅਰਥਹਸ਼ਤਾ ਦਾ ਨਹੇਮਜਾ ਨੂੰ ਉਦੇਸ਼ ਸੀ ਜੋ ਸ਼ਹਿਰ ਨੂੰ ਉਸਾਰਨ ਲਈ ਸੀ। ਦਾਨੀਏਲ ਦੇ 70 ਹਫ਼ਤੇ ਦੀ ਸ਼ੁਰੂਆਤ ਸੀ। ਹੁਣ ਅਸੀਂ ਵੇਖਾਂਗੇ ਇਹ ਕਦ ਹੋਇਆ। ਆਓ ਅਸੀਂ ਵੇਖੀਏ ਅਰਥਹਸ਼ਤਾ ਨੇ ਰਾਜ ਕਰਨਾ ਕਦ ਸ਼ੁਰੂ ਕੀਤਾ। ਇਤਿਹਾਸ ਦੇ ਮੁਤਾਬਕ ਉਸ ਦਾ ਰਾਜ 465 BC ਵਿੱਚ ਸ਼ੁਰੂ ਹੋਇਆ। ਨਹੇਮਜਾ ਦੀ ਕਿਤਾਬ ਵਿੱਚ ਅਧਿਆਇ 2 ਦੀ ਪਹਿਲੀ ਐਤ ਦੱਸਦੀ ਹੈ, ਅਰਥਹਸ਼ਤਾ ਪਾਤਸ਼ਾਹ ਦੇ 20ਵੇਂ ਬਰੇ ਨਿਸ਼ਾਨ ਦੇ ਮਹੀਨੇ। ਇਹ ਤਾਂ ਪੱਕੀ ਤੌਰ ਤੇ ਸਾਬਤ ਹੋ ਚੁੱਕਾ ਹੈ ਕਿ ਅਰਥਹਸ਼ਤਾ ਦਾ ਰਾਜ 465 BC ਵਿੱਚ ਸ਼ੁਰੂ ਹੋਇਆ। ਹੁਣ ਉਸ ਦੇ ਰਾਜ ਦਾ 20ਵਾਂ ਸਾਲ ਹੈ। ਇਸ ਲਈ 465 BC ਵਿੱਚ 20 ਸਾਲ ਜੋੜੋ ਤਾਂ ਇਹ
445 BC ਹੈ। ਸ਼ਹਿਰ ਨੂੰ ਉਸਾਰਨ ਲਈ ਅਰਥਸ਼ਾਸਤਰ ਦਾ ਆਦੇਸ਼ ਜੋ ਦਾਨੀਏਲ ਦੇ 70 ਸਾਤੇ ਦੀ ਸ਼ੁਰੂਆਤ ਹੈ 445 BC ਵਿੱਚੋਂ ਹੋਈ। ਸ਼ਾਸਤਰ ਸਾਨੂੰ ਇਸ ਦੇ ਮਹੀਨਾ ਵੀ ਦੱਸਦਾ ਹੈ। ਕਿਹੜਾ ਮਹੀਨਾ ਸੀ? ਨਿਸ਼ਾਨ ਦਾ ਮਹੀਨਾ। ਠੀਕ ਹੈ। ਹੁਣ ਜੇ ਤੁਸੀਂ 445 BC ਅਤੇ ਨਿਸ਼ਾਨ ਦੇ ਮਹੀਨੇ ਨੂੰ ਲੈਂਦੇ ਹੋ ਅਤੇ ਇਸ ਵਿੱਚ 483 ਸਾਲ ਜੋੜ ਦਿੰਦੇ ਹੋ ਤਾਂ ਵੇਖੋਗੇ ਕਿ ਕਿੱਥੇ ਪਹੁੰਚਦਾ ਹੈ। ਯਾਦ ਰੱਖਣਾ ਹੈ ਕਿ ਨਿਸ਼ਾਨ ਮਹੀਨੇ ਦਾ ਪਹਿਲਾ ਦਿਨ 14 ਮਾਰਚ ਹੁੰਦਾ ਹੈ। ਸਾਨੂੰ ਕੁਝ ਗਿਣਤ ਕਰਨਾ ਪਵੇਗਾ, ਪਰ ਮੈਂ ਪਹਿਲਾਂ ਤੁਹਾਨੂੰ ਕੁਝ ਵਿਖਾਉਣਾ ਚਾਹੁੰਦਾ ਹਾਂ ਜੋ ਤੁਹਾਨੂੰ ਸਮਝਣ ਵਿੱਚ ਮਦਦ ਕਰੇਗਾ। ਦਾਨੀਏਲ ਦੇ 70 ਹਫ਼ਤੇ ਕਈ ਹਿੱਸਿਆਂ ਵਿੱਚ ਵੰਡੇ ਗਏ ਹਨ ਅਤੇ ਉਹ ਮੂਲ ਰੂਪ ਵਿੱਚ ਦੋ ਹਨ। ਨਹੇਮਜਾ 2 ਅਧਿਆਏ 1 ਵਚਨ ਤੋਂ ਲੈ ਕੇ 8 ਦੇ ਅਨੁਸਾਰ ਪਹਿਲਾਂ 49 ਹਫ਼ਤਿਆਂ ਦੀ ਸ਼ੁਰੂਆਤ ਇੱਕ ਖਾਸ ਸਮੇਂ 445 BC ਹੈ। ਪਹਿਲੇ 49 ਹਫ਼ਤਿਆਂ ਦਾ ਅੰਤ ਇੱਕ ਖਾਸ ਸਮਾਂ ਹੈ ਜਿਸ ਨੂੰ ਅਸੀਂ ਬਾਅਦ ਵਿੱਚ ਵੇਖਾਂਗੇ। ਤਦ ਫਿਰ 69ਵੇਂ ਅਤੇ 70ਵੇਂ ਹਫ਼ਤੇ ਦੇ ਵਿਚਕਾਰ ਇੱਕ ਲੰਮਾ ਅੰਤਰ ਹੈ। ਹੁਣ ਅਸੀਂ 49 ਸਾਤੇ ਦੇ ਬਾਰੇ ਵੇਖਣ ਜਾ ਰਹੇ ਹਾਂ। ਅਸੀਂ ਜਾਣਦੇ ਹਾਂ ਕਿ ਪਹਿਲਾਂ 49 ਹਫ਼ਤੇ ਦੇ ਕਿੰਨੇ ਦਿਨ ਹੁੰਦੇ ਹਨ। ਜੇ ਤੁਸੀਂ ਗੌਰ ਕਰੋ ਤਾਂ ਤੁਸੀਂ ਹੁਣ ਅਸਫਲ ਨਹੀਂ ਹੋਵੋਗੇ। ਆਓ ਅਸੀਂ ਗਿਣਤ ਕਰਕੇ ਵੇਖੀਏ। ਸਾਲ ਵਿੱਚ 360 ਦਿਨ ਹੁੰਦੇ ਸਨ ਤਾਂ 69 ਸਾਤੇ ਗੁਣਾ 7 173 880 ਦਿਨ। ਹੁਣ ਜੇ ਤੁਸੀਂ 14 ਮਾਰਚ 445 BC ਨੂੰ ਲਵੋ ਜਦ ਅਰਥਸ਼ਾਸਤਰ ਨੇ ਆਦੇਸ਼ ਦਿੱਤਾ ਸੀ ਅਤੇ ਇਸ ਵਿੱਚ 173 880 ਦਿਨ ਜੋੜ ਦਵੋ ਤਾਂ ਤੁਸੀਂ 6 ਅਪ੍ਰੈਲ 32 AD ਵਿੱਚ ਪਹੁੰਚ ਜਾਂਦੇ ਹੋ। ਇਹ ਹੀ ਉਹ ਦਿਨ ਹੈ ਜਦ ਯਿਸੂ ਮਸੀਹ ਸਵਾਰੀ ਤੇ ਚੜ੍ਹ ਕੇ ਜਿੱਤ ਦਾ ਉਤਸਵ ਮਨਾਉਂਦਾ ਹੋਇਆ ਯਰੂਸ਼ਲਮ ਵਿੱਚ ਪ੍ਰਵੇਸ਼ ਕਰਦਾ ਹੈ। ਤੁਸੀਂ ਆਖ ਸਕਦੇ ਹੋ, ਪਾਸਟਰ ਜਰਮੀਆ, ਇਸ ਜਗਤ ਵਿੱਚ ਇਸ ਗੱਲ ਦਾ ਮੇਰੇ ਆਤਮਿਕ ਜੀਵਨ ਦਾ ਕੀ ਲੈਣਾ ਦੇਣਾ ਹੈ? ਠੀਕ ਹੈ, ਤੁਸੀਂ ਸੁੱਤੇ ਹੋਏ ਰਹਿਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਠੀਕ ਹੈ। ਇਹ ਗਿਣਤੀ ਕਰਕੇ ਵੇਖਣਾ ਤਾਂ ਮੇਰੇ ਲਈ ਬਹੁਤ ਆਨੰਦਦਾਇਕ ਹੈ। ਪਰਮੇਸ਼ਰ ਨੇ ਜਬਰਾਇਲ ਦੂਤ ਦੇ ਜ਼ਰੀਏ ਦਾਨੀਏਲ ਨੂੰ ਕਿਹਾ ਸੀ ਕਿ ਭਵਿੱਖ ਵਿੱਚ ਇੱਕ ਸਮਾਂ ਠਹਿਰਾ ਦਿੱਤਾ ਗਿਆ ਹੈ ਜੋ ਦਿਨਾਂ ਵਿੱਚ ਹੈ, ਅਤੇ ਜਦ ਮੈਂ ਇਸ ਬਾਰੇ ਸੋਚਦਾ ਹਾਂ ਤਦ ਮੈਨੂੰ ਯਾਦ ਆਉਂਦਾ ਹੈ ਜਦ ਯਿਸੂ ਆਪਣੇ ਜੀਵਨ ਵਿੱਚ ਚੱਲ ਫਿਰ ਰਿਹਾ ਸੀ ਅਤੇ ਲੋਕ ਉਸ ਨੂੰ ਕਈ ਚੀਜ਼ਾਂ ਲਈ ਆਖਦੇ ਸਨ ਅਤੇ ਯਿਸੂ ਉਹਨਾਂ ਨੂੰ ਆਖਦਾ ਸੀ, ਮੇਰਾ ਸਮੇਂ ਅਜੇ ਨਹੀਂ ਆਇਆ। ਉਹ ਜਾਣਦਾ ਸੀ ਕਿ ਉਹ ਕਿਸ ਬਾਰੇ ਗੱਲਬਾਤ ਕਰ ਰਿਹਾ ਹੈ। ਉਸ ਦਾ ਸਮੇਂ ਅਜੇ ਨਹੀਂ ਆਇਆ ਸੀ। ਨੰਬਰ 6, ਦਾਨੀਏਲ ਦੀ ਭਵਿੱਖਬਾਣੀ ਦਾ ਸ਼ਿਖਰ। ਯਸ਼ਾਇਆ 46 ਦੇ 10 ਵਚਨ ਦੱਸਦਾ ਹੈ, ਪਰਮੇਸ਼ਰ ਇੱਕ ਉਹ ਹੈ ਜੋ ਆਦਿ ਤੋਂ ਅੰਤ ਦੀ ਘੋਸ਼ਣਾ ਕਰਦਾ ਹੈ। ਇਸ ਭਵਿੱਖਬਾਣੀ ਦਾ ਇੱਕ ਭਾਗ ਜੋ ਮਸੀਹ ਦੇ ਜੀਵਨ ਵਿੱਚ ਆ ਕੇ ਪੂਰਾ ਹੁੰਦਾ ਹੈ ਮੈਨੂੰ ਬਹੁਤ ਹੀ ਉਤੇਜਿਤ ਕਰਦਾ ਹੈ। ਦਾਨੀਏਲ 9 ਦੀ ਭਵਿੱਖਬਾਣੀ ਦੇ ਅਨੁਸਾਰ ਜਿਸ ਘੜੀ ਅਰਥਸ਼ਾਸਤਰ ਨੇ ਆਦੇਸ਼ ਦਿੱਤਾ ਕਿ ਯਰੂਸ਼ਲਮ ਸ਼ਹਿਰ ਅੰਦਰੋਂ ਅਤੇ ਬਾਹਰੋਂ ਉਸਾਰਿਆ ਜਾਏ, ਉਸ ਦਿਨ ਤੋਂ 483 ਸਾਲ ਦੇ ਬਾਅਦ ਦੇ ਦਿਨ ਵਿੱਚ ਕੁਝ ਹੋਣ ਜਾ ਰਿਹਾ ਸੀ। ਜਦ ਅਸੀਂ ਗਿਣਤੀ ਕਰਦੇ ਹਾਂ ਅਤੇ ਵੇਖਦੇ ਹਾਂ ਕਿ ਉਸ ਦਿਨ ਮਸੀਹ ਆਪਣੀ ਸਵਾਰੀ ਤੇ ਬੈਠ ਕੇ ਆਪਣੇ ਜੀਵਨ ਵਿੱਚ ਜਿੱਤ ਦਾ ਉਤਸਵ ਮਨਾਉਂਦੇ ਹੋਏ ਯਰੂਸ਼ਲਮ ਵਿੱਚ ਪ੍ਰਵੇਸ਼ ਕਰਦਾ ਹੈ। ਧਿਆਨ ਦੇਵੋ, ਐਤ 25 ਆਖਦੀ ਹੈ, ਮਸੀਹ ਰਾਜਪੁੱਤਰ ਤਿੱਕਰ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ 6 ਅਪ੍ਰੈਲ 32 AD ਨਿਸ਼ਾਨ ਮਹੀਨੇ ਦੀ 10ਵੀਂ ਤਰੀਕ ਸੀ ਜਦ ਸਾਡਾ ਪ੍ਰਭੂ ਗੱਦੀ ਤੇ ਸਵਾਰੀ ਕਰਦਾ ਹੋਇਆ ਯਰੂਸ਼ਲਮ ਵਿੱਚ ਪ੍ਰਵੇਸ਼ ਕਰਦਾ ਅਤੇ ਆਪਣੇ ਆਪ ਨੂੰ ਰਾਜਕੁਮਾਰ ਅਤੇ ਇਸਰਾਏਲ ਦਾ ਰਾਜਾ ਕਰਕੇ ਪ੍ਰਵੇਸ਼ ਕਰਦਾ ਹੈ। ਇਸ ਗੱਲ ਦਾ ਪੂਰਾ ਰਿਕਾਰਡ ਸਾਨੂੰ ਲੂਕਾ 19 ਵਿੱਚ ਮਿਲਦਾ ਹੈ। ਆਓ ਅਸੀਂ ਉਸ ਵਿੱਚ ਚੱਲੀਏ। ਮੈਂ ਚਾਹੁੰਦਾ ਹਾਂ ਕਿ ਇਸ ਨੂੰ 28ਵੀਂ ਐਤ ਤੋਂ ਪੜ੍ਹਨਾ ਸ਼ੁਰੂ ਕਰਾਂ। ਇਹ ਗੱਲਾਂ ਕਰਕੇ ਉਹ ਯਰੂਸ਼ਲਮ ਨੂੰ ਜਾਂਦਿਆਂ ਹੋਇਆਂ ਅੱਗੇ ਤੁਰਿਆ ਜਾਂਦਾ ਸੀ ਅਤੇ ਇਉਂ ਹੋਇਆ ਕਿ ਜਾਂ ਉਹ ਉਸ ਪਹਾੜ ਕੋਲ ਜਿਹੜਾ ਜੈਤੂਨ ਕਹਾਉਂਦਾ ਹੈ ਬੈਤਫਗਾ ਅਤੇ ਵਿਤੈਨੀਆ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਚੇਲਿਆਂ ਵਿੱਚੋਂ 2 ਨੂੰ ਇਹ ਕਹਿ ਕੇ ਘੱਲਿਆ, ਭਾਈ ਸਾਹਮਣੇ ਪਿੰਡ ਨੂੰ ਜਾਓ ਅਤੇ ਉਸ ਵਿੱਚ ਵੜ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਹਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਹਨੂੰ ਖੋਲ ਕੇ ਲਿਆਓ। ਔਰ ਜੇ ਤੁਹਾਨੂੰ ਕੋਈ ਪੁੱਛੇ, ਭਾਈ ਤੁਸੀਂ ਕਾਹਨੂੰ ਖੋਲਦੇ ਹੋ, ਤਾਂ ਇਉਂ ਕਹਿਣਾ ਜੋ ਪ੍ਰਭੂ ਨੂੰ ਇਹਦੀ ਲੋੜ ਹੈ। ਸੋ ਜਿਹੜੇ ਭੇਜੇ ਗਏ ਉਹਨਾਂ ਨੇ ਜਾ ਕੇ ਜਿਸ ਤਰ੍ਹਾਂ ਉਸਨੇ ਉਹਨਾਂ ਨੂੰ ਕਿਹਾ ਸੀ ਉਸੇ ਤਰ੍ਹਾਂ ਵੇਖਿਆ।
ਅਤੇ ਜਾਂ ਬੱਚੇ ਨੂੰ ਖੋਲ੍ਹਦੇ ਸਨ ਤਾਂ ਉਹਦੇ ਮਾਲਕਾਂ ਨੇ ਉਹਨਾਂ ਨੂੰ ਕਿਹਾ, ਤੁਸੀਂ ਬੱਚੇ ਨੂੰ ਕਿਉਂ ਖੋਲ੍ਹਦੇ ਹੋ? ਫਿਰ ਉਹਨਾਂ ਨੇ ਆਖਿਆ, ਜੋ ਪ੍ਰਭੂ ਨੂੰ ਇਹਦੀ ਲੋੜ ਹੈ। ਤਾਂ ਉਹ ਉਸ ਨੂੰ ਯਿਸੂ ਦੇ ਕੋਲ ਲਿਆਏ ਅਤੇ ਆਪਣੇ ਲੀੜੇ ਬੱਚੇ ਤੇ ਪਾ ਕੇ ਯਿਸੂ ਨੂੰ ਚੜ੍ਹਾ ਦਿੱਤਾ। ਜਿਉਂ ਉਹ ਅੱਗੇ ਵਧਿਆ ਜਾਂਦਾ ਸੀ, ਤਿਉਂ ਲੋਕ ਆਪਣੇ ਲੀੜੇ ਰਾਹ ਵਿੱਚ ਵਿਛਾਉਂਦੇ ਸਨ। ਅਤੇ ਜਾਂ ਉਹ ਨੇੜੇ ਜੈਤੂਨ ਦੇ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਆਨੰਦ ਹੋ ਕੇ ਉਹਨਾਂ ਸਭਨਾਂ ਕਰਾਮਾਤਾਂ ਦੇ ਲਈ ਜੋ ਉਹਨੇ ਵੇਖੀਆਂ ਸਨ, ਉੱਚੀ ਆਵਾਜ਼ ਨਾਲ ਇਹ ਕਹਿ ਕੇ ਪਰਮੇਸ਼ਰ ਦੀ ਉਸਤਤ ਕਰਨ ਲੱਗ ਪਈ, ਭਾਈ ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਸਵਰਗ ਵਿੱਚ ਸ਼ਾਂਤੀ ਅਤੇ ਪਰਮ ਧਾਮ ਵਿੱਚ ਵਡਿਆਈ। ਤਦ ਭੀੜ ਵਿੱਚੋਂ ਕਿੰਨਿਆਂ ਫਰੀਸੀਆਂ ਨੇ ਉਹਨਾਂ ਨੂੰ ਕਿਹਾ, ਗੁਰੂ ਜੀ, ਆਪਣੇ ਚੇਲਿਆਂ ਨੂੰ ਵਰਜ। ਉਸ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਆਖਦਾ ਹਾਂ, ਜੇ ਇਹ ਚੁੱਪ ਕਰ ਜਾਣਗੇ ਤਾਂ ਪੱਥਰ ਬੋਲ ਉੱਠਣਗੇ। ਜਾਂ ਨੇੜੇ ਆਇਆ ਤੇ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ। ਅਸੀਂ ਇੱਥੇ ਵੇਖਿਆ ਕਿ ਉਧਾਰਕਰਤਾ ਨੇ ਆਪਣੇ ਚੇਲਿਆਂ ਨੂੰ ਭੇਜਿਆ ਕਿ ਉਹ ਗਧੀ ਦੇ ਬੱਚੇ ਨੂੰ ਖੋਲ ਕੇ ਲਿਆਉਣ ਤਾਂ ਕਿ ਸਵਾਰੀ ਕਰ ਸਕੇ। ਉਸ ਨੇ ਇਹ ਕਿਉਂ ਕੀਤਾ? ਕਿਉਂਕਿ ਪੁਰਾਣੇ ਨੇਮ ਦੀ ਕਿਤਾਬ ਜ਼ਕਰੀਆ 9 ਅਧਿਆਇ 9 ਵਿੱਚ ਨਬੀ ਨੇ ਆਖਿਆ ਸੀ, ਤੁਸੀਂ ਇੱਕ ਚਿੰਨ੍ਹ ਨੂੰ ਵੇਖੋਗੇ ਜਦ ਮਸੀਹਾ ਆ ਰਿਹਾ ਹੋਵੇਗਾ। ਆਓ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂ। ਹੇ ਸਿਯੋਨ ਦੀ ਧੀਓ, ਬਹੁਤ ਖੁਸ਼ ਹੋਵੋ। ਹੇ ਯਰੂਸ਼ਲਮ ਦੀ ਧੀਓ, ਲਲਕਾਰੋ। ਵੇਖ, ਤੇਰਾ ਪਾਤਸ਼ਾਹ ਤੇਰੇ ਕੋਲ ਆਉਂਦਾ ਹੈ। ਉਹ ਧਰਮੀ ਹੈ ਅਤੇ ਸੁਰਜੀਤ ਹੈ। ਉਹ ਅਧੀਨ ਹੈ ਅਤੇ ਗਧੇ ਦੀ ਜ਼ੁਬਾਨ ਬੱਚੇ ਉੱਤੇ ਸਵਾਰ ਹੈ। ਜ਼ਕਰੀਆ ਨਬੀ ਨੇ ਸੈਂਕੜੋਂ ਸਾਲ ਪਹਿਲਾਂ ਹੀ ਇਹ ਭਵਿੱਖਬਾਣੀ ਕੀਤੀ ਸੀ। ਜਦ ਤੁਸੀਂ ਆਪਣੇ ਮਸੀਹ ਨੂੰ ਗਧੇ ਤੇ ਬੈਠ ਕੇ ਆਉਂਦਾ ਵੇਖੋ ਤਾਂ ਜਾਣ ਲੈਣਾ ਕਿ ਇਹ ਉਹੀ ਹੈ। ਇਹ ਪਹਿਲੀ ਚੀਜ਼ ਸੀ ਜੋ ਹੋਈ ਸੀ। ਤੁਸੀਂ ਇਸ ਨੂੰ ਐਤ 30 ਅਤੇ 34 ਵਿੱਚ ਵੇਖ ਸਕਦੇ ਹੋ। ਤਦ ਅਸੀਂ ਵੇਖਿਆ ਕਿ ਚੇਲੇ ਇਸ ਘਟਨਾ ਨੂੰ ਸਮਝ ਗਏ ਅਤੇ ਸ਼ੋਰ ਪਾਉਣ ਲੱਗ ਪਏ। ਐਤ 37 ਅਤੇ 38 ਸਾਨੂੰ ਦੱਸਦੀ ਹੈ ਕਿ ਉਹ ਜ਼ਬੂਰਾਂ ਦੀ ਪੋਥੀ 118 ਅਧਿਆਇ 22 ਵਚਨ ਤੋਂ 26 ਦੇ ਅਨੁਸਾਰ ਸ਼ੋਰ ਪਾਉਣ ਲੱਗ ਪਏ। ਉਹ ਇਹ ਆ ਕੇ ਸ਼ੋਰ ਪਾ ਰਹੇ ਸਨ, ਮੁਬਾਰਕ ਉਹ ਹੈ ਜਿਹੜਾ ਯਹੋਵਾ ਦੇ ਨਾਮ ਤੇ ਆਉਂਦਾ ਹੈ। ਜਬਰਾਈਲ ਨੇ ਦਾਨੀਏਲ ਨੂੰ ਆਖਿਆ ਸੀ, ਜਿਸ ਵੇਲੇ ਅਰਥਹਸ਼ਤਾ ਦਾ ਆਦੇਸ਼ ਨਿਕਲੇਗਾ, ਉਸ ਤੋਂ 483 ਸਾਲ ਬਾਅਦ ਮਸੀਹ ਜੋ ਰਾਜਕੁਮਾਰ ਹੈ ਪ੍ਰਗਟ ਹੋਵੇਗਾ। ਇਹ ਉਹਨਾਂ ਦੇ ਸਾਹਮਣੇ ਹੋ ਰਿਹਾ ਸੀ। ਇੱਥੇ ਉਹ ਹੋ ਰਿਹਾ ਸੀ ਜੋ ਕਦੇ ਨਹੀਂ ਹੋਇਆ ਸੀ। ਯਿਸੂ ਨੇ ਪਹਿਲਾਂ ਹੀ ਚੇਲਿਆਂ ਨੂੰ ਆਖ ਦਿੱਤਾ ਸੀ ਕਿ ਇਸ ਦਿਨ ਤੱਕ ਤੁਸੀਂ ਮੈਨੂੰ ਮਸੀਹ ਕਰਕੇ ਪ੍ਰਗਟ ਨਾ ਕਰਨਾ, ਪਰ ਇਸ ਦਿਨ ਕੁਝ ਹੋ ਰਿਹਾ ਸੀ। ਚੇਲੇ ਆਖ ਰਹੇ ਸਨ। ਭੀੜ ਵਿੱਚ ਕੁਝ ਲੋਕ ਕਹਿ ਰਹੇ ਸਨ, ਗੁਰੂ, ਚੇਲਿਆਂ ਨੂੰ ਡਾਂਟ, ਕਿਉਂ ਜੋ ਉਹ ਤੈਨੂੰ ਮਸੀਹ ਆਖ ਰਹੇ ਹਨ। ਤਦ ਯਿਸੂ ਨੇ 40 ਐਤ ਵਿੱਚ ਆਖਿਆ, ਮੈਂ ਤੁਹਾਨੂੰ ਦੱਸ ਦਿੰਦਾ ਹਾਂ, ਜੋ ਇਹ ਨਹੀਂ ਆਖਣਗੇ ਤਾਂ ਪੱਥਰ ਬੋਲ ਉੱਠਣਗੇ। ਅਤੇ ਇਹ ਆਖਣਗੇ ਕਿਉਂ? ਇਹ ਹੀ ਦਿਨ ਹੈ, ਇਹ ਹੀ ਉਹ ਦਿਨ ਹੈ ਜਿਸ ਬਾਰੇ ਦਾਨੀਏਲ ਨੇ ਭਵਿੱਖਬਾਣੀ ਕੀਤੀ ਸੀ। ਯਿਸੂ ਦੀ ਕੋਈ ਚੋਣ ਨਹੀਂ ਸੀ ਕਿ ਉਸ ਨੂੰ ਇਸ ਦਿਨ ਮਸੀਹ ਆਖਿਆ ਜਾਏ। ਇਹ ਹੀ ਦਿਨ ਸੀ। ਯਿਸੂ ਨੇ ਚੇਲਿਆਂ ਨੂੰ ਆਖਿਆ, ਜੇ ਤੁਸੀਂ ਮੈਨੂੰ ਮਸੀਹ ਸਵੀਕਾਰ ਨਹੀਂ ਕਰੋਗੇ ਤਾਂ ਪੱਥਰ ਮੈਨੂੰ ਸਵੀਕਾਰ ਕਰਨਗੇ। ਅੱਜ ਦੇ ਦਿਨ ਦੇ ਲਈ ਹੀ ਮੈਂ ਆਇਆ ਹਾਂ, ਜਿਸ ਦੇ ਬਾਰੇ ਦਾਨੀਏਲ ਨੇ ਪੁਰਾਣੇ ਨੇਮ ਵਿੱਚ ਮਹਾਨ ਭਵਿੱਖਬਾਣੀ ਕੀਤੀ ਸੀ। ਹੁਣ ਅਸੀਂ ਦੁੱਖ ਵਾਲੀ ਐਤ ਨੂੰ ਪੜ੍ਹਦੇ ਹਾਂ। ਸ਼ਾਸਤਰ ਐਤ 41 ਵਿੱਚ ਦੱਸਦਾ ਹੈ ਕਿ ਯਿਸੂ ਸ਼ਹਿਰ ਨੂੰ ਵੇਖ ਕੇ ਰੋ ਪਿਆ। ਮੈਂ ਇਸ ਨੂੰ ਤਦ ਤੱਕ ਨਹੀਂ ਸਮਝ ਸਕਿਆ ਜਦ ਤੱਕ ਮੈਂ ਦਾਨੀਏਲ ਦੀ ਭਵਿੱਖਬਾਣੀ ਨੂੰ ਦੁਬਾਰਾ ਨਹੀਂ ਪੜ੍ਹ ਲਿਆ। ਯਿਸੂ ਜਿੱਤ ਦਾ ਉਤਸ਼ਾਹ ਮਨਾਉਂਦੇ ਹੋਏ ਜਦ ਯਰੂਸ਼ਲਮ ਵਿੱਚ ਪ੍ਰਵੇਸ਼ ਕਰ ਰਿਹਾ ਸੀ ਤਾਂ ਇਸ ਸ਼ਹਿਰ ਨੂੰ ਵੇਖ ਕੇ ਕਿਉਂ ਰੋਇਆ? ਐਤ 42 ਨੂੰ ਸੁਣੋ। ਉਸ ਨੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਜਾਣਦਾ, ਪਰ ਹੁਣ ਉਹ ਤੇਰੀਆਂ ਅੱਖੀਆਂ ਤੋਂ ਲੁਕੀਆਂ ਹੋਈਆਂ ਹਨ। ਕੀ ਤੁਸੀਂ ਜਾਣਦੇ ਹੋ ਕਿ ਦਾਨੀਏਲ ਕੀ ਆਖਦਾ ਹੈ ਕਿ 490 ਸਾਲ ਵਿੱਚ ਕੀ ਹੋਣ ਜਾ ਰਿਹਾ ਹੈ? 70 ਸਾਤੇ ਤੇਰੇ ਲੋਕਾਂ ਲਈ ਠਹਿਰਾਏ ਗਏ ਹਨ ਅਤੇ ਉਹਨਾਂ ਵਿੱਚੋਂ ਇੱਕ ਚੀਜ਼ ਇਹ ਸੀ, ਅਨੰਤ ਸ਼ਾਂਤੀ ਲਿਆਂਦੀ ਜਾਏ। ਪਰ ਯਿਸੂ ਸ਼ਹਿਰ ਨੂੰ ਵੇਖ ਕੇ ਰੋ ਪਿਆ ਅਤੇ ਉਸ ਨੇ ਵੇਖਿਆ ਕਿ ਕੀ ਹੋ ਰਿਹਾ ਹੈ ਅਤੇ ਉਸ ਨੇ ਆਖਿਆ, ਕਾਸ਼ ਤੁਸੀਂ ਸਮਝ ਜਾਂਦੇ ਕਿ ਦਾਨੀਏਲ ਤੁਹਾਨੂੰ ਅੱਜ ਦੇ ਦਿਨ ਦੇ ਬਾਰੇ ਸਮਝਾਉਣ ਦਾ ਯਤਨ ਕਰ ਰਿਹਾ ਸੀ। ਅਸੀਂ ਐਤ 43 ਵਿੱਚ ਪੜ੍ਹ ਸਕਦੇ ਹਾਂ, ਕਿਉਂਕਿ ਉਹ ਦਿਨ ਤੇਰੇ ਉੱਤੇ ਆਉਣਗੇ ਜਾਂ ਤੇਰੇ ਵੈਰੀ ਤੇਰੇ
ਗਿਰਦ ਮੋਰਚਾ ਬਣਾਉਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚਫੇਰਿਓਂ ਤੈਨੂੰ ਰੋਕਣਗੇ ਔਰ ਤੇਰੇ ਬੱਚਿਆਂ ਸਣੇ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕ ਦੇਣਗੇ ਔਰ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ, ਇਸ ਲਈ ਜੋ ਤੈਂ ਆਪਣੀ ਭਲਾਈ ਦੇ ਮੌਕੇ ਨੂੰ ਨਾ ਜਾਣਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਯਿਸੂ ਰੋ ਪਿਆ। 483 ਸਾਲ ਪਹਿਲਾਂ ਹੀ ਪਰਮੇਸ਼ਰ ਨੇ ਆਪਣੇ ਪਵਿੱਤਰ ਦੂਤ ਨੂੰ ਆਪਣੇ ਪਿਆਰੇ ਨਬੀ ਦਾਨੀਏਲ ਕੋਲ ਭੇਜਿਆ ਸੀ, ਜਿਸ ਨੇ ਦਾਨੀਏਲ ਨੂੰ ਆਖਿਆ ਸੀ, ਦਾਨੀਏਲ, ਤੇਰੇ ਅਤੇ ਤੇਰੇ ਲੋਕਾਂ ਲਈ 70 ਸਾਤੇ ਠਹਿਰਾ ਦਿੱਤੇ ਹਨ ਅਤੇ 69 ਸਾਤੇ ਉਸ ਘੜੀ ਤੋਂ ਸ਼ੁਰੂ ਹੋਣਗੇ ਜਦ ਯਰੂਸ਼ਲਮ ਨੂੰ ਉਸਾਰਨ ਦੀ ਆਗਿਆ ਤੋਂ ਮਸੀਹ ਤਿਕਰ, ਅਤੇ ਅੱਜ ਦੇ ਦਿਨ 483 ਸਾਲ ਪੂਰੇ ਹੋਏ। ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਆਪਣੀ ਸਵਾਰੀ ਉੱਤੇ ਬੈਠ ਕੇ ਸ਼ਹਿਰ ਵਿੱਚ ਆਇਆ ਅਤੇ ਇੱਕ ਵੀ ਨਹੀਂ ਸੀ ਜੋ ਪੁਰਾਣੇ ਨੇਮ ਦੀ ਭਵਿੱਖਬਾਣੀ ਨੂੰ ਸਮਝਦਾ ਸੀ ਕਿ ਅੱਜ ਉਸ ਦਾ ਦਿਨ ਹੈ। ਇਸ ਲਈ ਯਿਸੂ ਰੋ ਪਿਆ। ਜਦ ਮੈਂ ਇਸ ਭਵਿੱਖਬਾਣੀ ਦੇ ਬਾਰੇ ਸੋਚਦਾ ਹਾਂ ਅਤੇ ਇਸ ਬਾਰੇ ਹਿਸਾਬ ਲਾਉਂਦਾ ਹਾਂ ਕਿ ਦਾਨੀਏਲ ਨੇ ਕਿੰਨੀ ਸਹੀ ਭਵਿੱਖਬਾਣੀ ਉਸ ਦਿਨ ਦੇ ਬਾਰੇ ਕੀਤੀ ਸੀ ਅਤੇ ਉਹ ਭਵਿੱਖਬਾਣੀ 70ਵੇਂ ਸਾਤੇ ਦੀ ਜੋ ਮਹਾਕਲੇਸ਼ ਦਾ ਸਮੇਂ ਹੈ ਅਜੇ ਸਾਡੇ ਸਾਹਮਣੇ ਹੈ, ਪੂਰਾ ਹੋ ਕੇ ਹੀ ਰਹੇਗਾ। ਮੈਂ ਤੁਹਾਡੇ ਨਾਲ ਵਾਅਦਾ ਕਰ ਸਕਦਾ ਹਾਂ ਕਿ ਜਦ ਪਰਮੇਸ਼ਰ ਨੇ 70 ਸਾਤੇ ਆਖੇ ਹਨ ਅਤੇ ਉਹਨਾਂ ਵਿੱਚੋਂ 69 ਆਗਿਆਂ ਤੋਂ ਲੈ ਕੇ ਮਸੀਹ ਤਿੱਕਰ ਪੂਰੇ ਹੋ ਚੁੱਕੇ ਹਨ ਅਤੇ ਅਸੀਂ 70ਵੇਂ ਸਾਤੇ ਦੇ ਨਜ਼ਦੀਕ ਹਾਂ। ਪਰਮੇਸ਼ਰ ਜੋ ਕਹਿੰਦਾ ਹੈ ਉਹ ਹੀ ਹੋ ਕੇ ਰਹਿੰਦਾ ਹੈ। ਠੀਕ ਉਸ ਤਰ੍ਹਾਂ ਹੀ ਹੁੰਦਾ ਹੈ। ਮੈਂ ਪਰਮੇਸ਼ਰ ਦਾ ਇਸ ਕਿਤਾਬ ਲਈ ਧੰਨਵਾਦ ਕਰਦਾ ਹਾਂ ਜੋ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਹੈ, ਉਹ ਵੀ ਪੂਰੇ ਹੋ ਕੇ ਹੀ ਰਹੇਗੀ। ਜਦ ਯਿਸੂ ਉਸ ਦਿਨ ਯਰੂਸ਼ਲਮ ਵਿੱਚ ਆਇਆ ਅਤੇ ਆਪਣੇ ਆਪ ਨੂੰ ਮਸੀਹ ਕਰਕੇ ਪੇਸ਼ ਕੀਤਾ ਤਾਂ ਚੇਲਿਆਂ ਨੇ ਆਖਿਆ, ਮੁਬਾਰਕ ਹੈ ਉਹ ਪਾਤਸ਼ਾਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਉਹ ਉਸ ਨੂੰ ਰਾਜਾ ਸਮਝ ਕੇ ਮੁਕਟ ਪਾਉਂਦੇ, ਪਰ ਸ਼ਾਸਤਰ ਦੱਸਦਾ ਹੈ ਉਹ ਆਪਣਿਆਂ ਕੋਲ ਆਇਆ ਤੇ ਉਹਨਾਂ ਨੇ ਉਸ ਨੂੰ ਸਵੀਕਾਰ ਨਾ ਕੀਤਾ। ਪਰ ਜਿਨ੍ਹਾਂ ਨੇ ਉਸ ਨੂੰ ਸਵੀਕਾਰ ਕੀਤਾ ਉਸ ਨੇ ਉਹਨਾਂ ਨੂੰ ਪੁੱਤਰ ਹੋਣ ਦਾ ਅਧਿਕਾਰ ਦਿੱਤਾ। ਬਾਈਬਲ ਦੱਸਦੀ ਹੈ ਜਦ ਉਹ ਮਸੀਹ ਰਾਜਕੁਮਾਰ ਬਣ ਕੇ ਆਇਆ ਤਾਂ ਉਹਨਾਂ ਨੇ ਉਸ ਨੂੰ ਮਾਰ ਦਿੱਤਾ। ਜਦ ਯਿਸੂ ਨੇ ਆਪਣੇ ਆਪ ਨੂੰ ਮਸੀਹ ਬਣ ਕੇ ਪ੍ਰਗਟ ਕੀਤਾ ਤਾਂ ਕੁਝ ਦਿਨ ਬਾਅਦ ਹੀ ਉਹ ਉਸ ਨੂੰ ਫੜ ਕੇ ਕਲਵਰੀ ਤੇ ਲੈ ਗਏ ਅਤੇ ਉਸ ਨੂੰ ਮਾਰ ਸੁੱਟਿਆ। ਉਹ ਮੇਰੇ ਲਈ ਅਤੇ ਤੁਹਾਡੇ ਲਈ ਸਲੀਬ ਉੱਤੇ ਚੜ੍ਹ ਗਿਆ। ਆਮੀਨ। ਪਿਆਰੇ ਦਰਸ਼ਕੋ, ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਦੋਸਤੋ, ਅੱਜ ਅਸੀਂ ਦਾਨੀਏਲ ਨਬੀ ਦੀ ਪੁਸਤਕ ਦੇ 9 ਅਧਿਆਏ ਦੇ ਵਿੱਚੋਂ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ ਬਾਰੇ ਗੌਰ ਕਰ ਰਹੇ ਸੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਿਆ ਕਿ ਨਹਮਿਆ 2 ਅਧਿਆਏ ਦੇ ਵਿੱਚ ਅਰਥਹਸ਼ਤਾ ਰਾਜਾ, ਜਿਸ ਦੇ ਦੁਆਰਾ ਨਹਮਿਆ ਨੂੰ ਇੱਕ ਆਦੇਸ਼ ਦਿੱਤਾ ਗਿਆ ਸੀ, ਦਾਨੀਏਲ ਨਬੀ ਦੀ ਭਵਿੱਖਬਾਣੀ ਨੂੰ ਪੂਰਾ ਕਰਦਾ ਹੈ। ਪਹਿਲੇ 3 ਹੁਕਮ ਪਰਮੇਸ਼ਰ ਦੇ ਭਵਨ ਨੂੰ ਬਣਾਉਣ ਦੇ ਲਈ ਦਿੱਤੇ ਗਏ ਸੀ, ਨਾ ਕਿ ਸ਼ਹਿਰ ਨੂੰ। ਯਰੂਸ਼ਲਮ ਦੀ ਉਸਾਰੀ, ਉਸ ਦੀ ਕੰਧ ਦਾ ਨਿਰਮਾਣ ਚੌਥੇ ਆਦੇਸ਼ ਦੇ ਦੁਆਰਾ ਕੀਤਾ ਗਿਆ ਸੀ, ਜੋ ਕਿ ਅਰਥਹਸ਼ਤਾ ਰਾਜੇ ਨੇ ਨਹਮਿਆ ਨੂੰ ਦਿੱਤਾ ਸੀ। ਅੱਜ ਅਸੀਂ ਜਾਣਿਆ ਕਿ ਦਾਨੀਏਲ ਨਬੀ ਦੀ ਭਵਿੱਖਬਾਣੀ ਦੇ 70 ਹਫ਼ਤੇ ਕਈ ਹਿੱਸਿਆਂ ਵਿੱਚ ਵੰਡੇ ਗਏ ਹਨ। ਅਸੀਂ ਜਾਣਿਆ ਕਿ 69 ਅਤੇ 70 ਵਰ੍ਹੇ ਦੇ ਵਿੱਚ ਇੱਕ ਲੰਬਾ ਸਮੇਂ ਹੈ। ਅੱਜ ਅਸੀਂ 49 ਸਾਤੇ ਦੇ ਬਾਰੇ ਗੌਰ ਕੀਤਾ। ਅਸੀਂ ਜਾਣਿਆ ਕਿ ਇਸ ਭਵਿੱਖਬਾਣੀ ਦਾ ਇੱਕ ਭਾਗ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਦੇ ਵਿੱਚ ਆ ਕੇ ਪੂਰਾ ਹੁੰਦਾ ਹੈ। ਸੱਚਮੁੱਚ ਸਾਨੂੰ ਇਹ ਉਤਸ਼ਾਹਿਤ ਕਰਨ ਵਾਲਾ ਹੈ। ਦੋਸਤੋ, ਅਸੀਂ ਜਾਣਿਆ ਕਿ ਹੁਣ ਅਸੀਂ 70ਵੇਂ ਸਾਤੇ ਦੇ ਨਜ਼ਦੀਕ ਜਾ ਰਹੇ ਹਾਂ। ਪਰਮੇਸ਼ਵਰ ਜੋ ਕਹਿੰਦਾ ਹੈ ਸੋ ਹੋ ਕੇ ਰਹਿੰਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਦਾਨੀਏਲ ਨਬੀ ਦੀ ਪੁਸਤਕ ਦੇ ਬਾਕੀ ਦੀ ਭਵਿੱਖਬਾਣੀ ਵੀ ਜ਼ਰੂਰ ਪੂਰੀ ਹੋਵੇਗੀ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਹੁਣ ਸਾਨੂੰ ਇਜਾਜ਼ਤ ਦਿਓ, ਕਿਉਂਕਿ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਆ ਪਹੁੰਚਿਆ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਕਿ ਤੁਸੀਂ ਪ੍ਰਭੂ ਜੀ 70 ਸਾਤਿਆਂ ਦੇ ਵਿਸ਼ੇ 'ਚ ਸਾਨੂੰ ਸਿਖਾ ਰਹੇ ਹੋ, ਜਿਨ੍ਹਾਂ ਵਿੱਚੋਂ ਸਾਨੂੰ ਪਤਾ ਲੱਗਦਾ ਪਿਤਾ
ਕਿ ਜਦ ਪ੍ਰਭੂ ਜੀ ਸਮਾਂ ਨਜ਼ਦੀਕ ਆਇਆ, ਅਸੀਂ 49 ਸਾਤਿਆਂ ਬਾਰੇ ਗੌਰ ਕੀਤਾ, ਅਸੀਂ 69 ਔਰ 70 ਸਾਤੇ ਨੂੰ ਦੇਖਿਆ। ਅਸੀਂ ਦੇਖਿਆ ਕਿ ਪ੍ਰਭੂ ਬਹੁਤ ਸਾਰੇ ਸਾਤੇ ਪਿਤਾ ਪਰਮੇਸ਼ਵਰ ਉਸ ਸਮੇਂ ਨਾਲ ਸੰਬੰਧਿਤ ਆ ਜਦ ਤੁਸੀਂ ਪਿਤਾ ਪਰਮੇਸ਼ਵਰ ਉਹਨਾਂ ਰਾਜਿਆਂ ਨੂੰ ਇਸਤੇਮਾਲ ਕੀਤਾ ਤਾਂ ਕਿ ਯਰੂਸ਼ਲਮ ਅਤੇ ਤੁਹਾਡੇ ਭਵਨ ਦੀ ਉਸਾਰੀ ਕੀਤੀ ਜਾ ਸਕੇ। ਪਿਤਾ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਵਰ ਇਹਨਾਂ ਸਾਰੀ ਜਾਣਕਾਰੀਆਂ ਨੂੰ ਸਾਨੂੰ ਦੇਣ ਦੇ ਲਈ। ਯਿਸੂ ਨਾਸਰੀ ਜੀ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।